किताब ते सिख भी निगलिया गया। लेखक कुलबीर सिंह कौड़ा। आवाज़ गुरजंट सिंह ग्रुप वाली। भाग 22वां। वाहिगुरू जी का खालसा वाहिगुरू जी की फतेह। लाल किताब बखाने इयों तेली बलद पढ़ाया क्यों। पाकिस्तान क्यों ते किवें बनिया, की हो सकदा सी ते की नहीं हो सकदा सी, की कीता गया ते की नहीं कीता गया। एक पुराना ते खत्म हो चुका मुद्दा है ते बिल्कुल उसे तरह ही है जिवें पोस्ट ग्रैजुएट मैडिकल इंस्टीट्यूटां विच मरीज दे मर जाण तों बाद डॉक्टर इकट्ठे होकर विचार करते हैं। कोई डॉक्टर कहता है कि जे आ दवाई देंदे तां फायदा हो सकदा सी, कोई कहता है इस दवाई का फायदा नहीं सी, एवें ही दिती गई। पर इन्हां गल्लां नाल मरे पए मरीज नूं कोई फायदा नहीं हुंदा। हाँ, अगों आउण वाले मरीज लई इन्हां गल्लां दा ध्यान रखिया जा सकदा है। इसे तरह ही पाकिस्तान तां बन गया ते नतीजे वजों सिख उजड़ गए। हुण पुराणियां गल्लां करन नाल पुराने जख्म तां उचड़ सकदे हन, फायदा नहीं हो सकदा। पंजाबी दी कहावत है, दुध ओदा जिहड़ा उबलण तो पहलां सांभ लवे। उबल चुके दुध दीयां गल्लां करनियां तां मन नूं कलेश देण बराबर है। हुण तां इह गल करिए कि जदों सिख उजड़ पुजड़ के कट्टी हुई पतंग वांग भारत वाले पासे आके डिगे तां भारत दी हिंदू सरकार ने सिखां दे स्वागत लई किवें तेल चोया। उस वेले दे पंजाब दे गवर्नर चंदू लाल तरवेदी ने एक सर्कुलर जारी करके सारे ਜ਼ਿਲ੍ਹਿਆਂ ਦੇ डिप्टी कमिश्नरां ਨੂੰ सावधान कीता कि पश्चिमी पंजाब विचों आउण वाले सिख जराइम पेशा लोक हन, इस लई उन्हां दा ध्यान रखिया जावे। जे ਉਹ ਕਹਿੰਦਾ कि पश्चिमी पंजाब तो आउण वाले सारे लोकां दा ध्यान रखिया जावे तां गल कुछ होर हुंदी। पर इस सर्कुलर दा तां सिद्धा मतलब ਇਹ ਸੀ कि सारे हिंदू तां भले मानस हन पर सिख सारे ही बदमाश हन। ਭਾਰਤ ਸਰਕਾਰ ਦੀ ਸਿੱਖਾਂ ਨੂੰ ਇਹ ਪਹਿਲੀ ਜੀ ਆਇਆਂ ਨੂੰ ਸੀ। ਇਸ ਤੋਂ ਬਾਅਦ ਵੀ ਸਮੇਂ-ਸਮੇਂ ਤੇ ਸਿੱਖਾਂ ਨੂੰ ਆਜ਼ਾਦੀ ਦਾ ਨਿੱਘ ਦਿੱਤਾ ਗਿਆ, ਪਰ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਨਹੀਂ, ਸਗੋਂ ਇਹ ਨਿੱਘ ਛਿੱਤਰ ਨਾਲ ਦਿੱਤਾ ਗਿਆ। ਪਹਿਲਾਂ ਤਾਂ ਜ਼ਮੀਨਾਂ ਦੀ ਅਲਾਟਮੈਂਟ ਵੇਲੇ ਅੱਧੀ ਜ਼ਮੀਨ ਹੀ ਕੱਟ ਲਈ ਗਈ, ਫਿਰ 50 ਕਿੱਲਿਆਂ ਤੋਂ ਵੱਧ ਵਾਲੀ ਜ਼ਮੀਨ ਖੋਹ ਕੇ ਮੁਜ਼ਾਹਰਿਆਂ ਨੂੰ ਦੇ ਦਿੱਤੀ ਗਈ। ਸਾਰੇ 22 ਸੂਬੇ ਪੰਜਾਬੀ ਦੇ ਬੋਲੀ ਦੇ ਆਧਾਰ ਤੇ ਬਣੇ, ਪਰ ਪੰਜਾਬ ਨੂੰ ਦੋ ਭਾਸ਼ੀ ਸੂਬਾ ਕਿਹਾ ਗਿਆ। ਜਿਹੜੇ ਹਿੰਦੂ ਨੂੰ ਮੰਜੀ ਦਾ ਉਚਾਰਨ ਨਹੀਂ ਸੀ ਆਉਂਦਾ ਤੇ ਉਹ ਹਿੰਦੀ ਵਿੱਚ ਮਾਂਜੀ ਕਹਿੰਦਾ ਸੀ, ਉਸ ਹਿੰਦੂ ਨੇ ਵੀ ਹਿੰਦੂ ਲੀਡਰਾਂ ਦੇ ਆਖੇ ਲੱਗ ਕੇ ਆਪਣੀ ਬੋਲੀ ਹਿੰਦੀ ਲਿਖਵਾਈ। ਸਾਰੀ ਦੁਨੀਆ ਦੇ ਦੇਸ਼ਾਂ ਦੇ ਪਾਣੀਆਂ ਦੀ ਵੰਡ ਇੱਕੋ ਇੱਕ ਕਾਨੂੰਨ ਰਿਪੇਰੀਅਨ ਲਾ ਆਫ ਵਾਟਰ ਨਾਲ ਹੁੰਦੀ ਹੈ। ਭਾਰਤ ਵਿੱਚ ਵੀ ਬਾਕੀ ਸੂਬਿਆਂ ਲਈ ਇਹੋ ਕਾਨੂੰਨ ਵਰਤਿਆ ਗਿਆ, ਪਰ ਪੰਜਾਬ ਦੇ ਪਾਣੀਆਂ ਦੀ ਵੰਡ ਇਸ ਕਾਨੂੰਨ ਨਾਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਸੁਪਰੀਮ ਕੋਰਟ ਵਿੱਚ ਦਾਇਰ ਕੀਤਾ ਕੇਸ ਵੀ ਵਾਪਸ ਲੈ ਲਿਆ ਗਿਆ। ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਾ ਦਿੱਤੀ ਗਈ, ਸਗੋਂ ਧੱਕੇ ਨਾਲ ਸਤਲੁਜ ਜਮਨਾ ਲਿੰਕ ਨਹਿਰ ਪੁੱਟਣ ਦੀ ਕੋਸ਼ਿਸ਼ ਕੀਤੀ ਗਈ। ਜ਼ਮੀਨ ਤੇ ਇੱਕ ਹੋਰ ਸੀਲਿੰਗ 17 ਏਕੜ ਦੀ ਮੜ ਦਿੱਤੀ, ਜੋ ਹੁਣ ਤੱਕ ਕਾਇਮ ਹੈ। ਸ਼ਹਿਰੀ ਵਾਹੀ ਵਾਲੀਆਂ ਜ਼ਮੀਨਾਂ ਤੇ ਵੀ ਅਰਬਨ ਲੈਂਡ ਸੀਲਿੰਗ ਐਕਟ ਲਾ ਦਿੱਤਾ ਗਿਆ, ਜਿਸ ਅਨੁਸਾਰ 5 ਕਨਾਲ ਤੋਂ ਵੱਧ ਵਾਲੀ ਜ਼ਮੀਨ 5 ਰੁਪਏ ਗੱਜ ਦੇ ਹਿਸਾਬ ਨਾਲ ਸਰਕਾਰ ਨੇ ਲੈ ਲੈਣੀ ਸੀ। ਇਸ ਕਾਨੂੰਨ ਨੇ ਵੀ ਤਿੰਨਾਂ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਕਿਸਾਨਾਂ ਦਾ ਲੱਕ ਤੋੜ ਦਿੱਤਾ। 1971 ਵਿੱਚ ਜ਼ਮੀਨਾਂ ਤੇ ਆਮਦਨ ਟੈਕਸ ਵੀ ਲਾ ਦਿੱਤਾ ਗਿਆ, ਜਿਹੜਾ ਅੱਜ ਤੱਕ ਅਮਰੀਕਾ ਅਤੇ ਹੋਰ ਵਿਕਸਿਤ ਦੇਸ਼ਾਂ ਨੇ ਨਹੀਂ ਲਾਇਆ। 1984 ਵਿੱਚ ਦਿੱਲੀ ਵਿੱਚ ਸਿੱਖਾਂ ਨਾਲ ਜੱਗੋਂ 13ਵੀਂ ਹੋਈ। ਇੰਦਰਾ ਗਾਂਧੀ ਦੇ 2 ਸਿੱਖਾਂ ਹੱਥੋਂ ਮਾਰੇ ਜਾਣ ਤੋਂ ਬਾਅਦ ਨਾਦਰ ਸ਼ਾਹ ਵਾਂਗ ਹੀ ਸਿੱਖ ਕਤਲੇਆਮ ਦਾ ਹੁਕਮ ਦਿੱਤਾ ਗਿਆ, ਜੋ 7 ਸਤੰਬਰ ਤੱਕ ਚੱਲਿਆ। ਇਹ ਕਤਲੇਆਮ ਇੱਕ ਪਾਸੜ ਸੀ ਤੇ ਕਿਸੇ ਸਿੱਖ ਨੇ ਅੱਗੋਂ ਉਂਗਲੀ ਨਹੀਂ ਚੁੱਕੀ। ਜੇ 1984 ਦੇ ਕਤਲੇਆਮ ਵੇਲੇ KPS ਗਿੱਲ, ਬੇਅੰਤ ਸਿੰਘ, ਜੀਤਾ ਖੱਬੂ, ਸਰਜੀਤ ਸਿੰਘ ਬਰਨਾਲਾ ਤੇ ਪ੍ਰਕਾਸ਼ ਸਿੰਘ ਬਾਦਲ ਵਰਗਾ ਕੋਈ ਹੋਰ ਭਾਰਤੀ ਸਪੂਤ ਵੀ ਭੀੜ ਦੇ ਟਹੇ ਚੜ ਜਾਂਦਾ ਤਾਂ ਮੱਛਰੀ ਹੋਈ ਭੀੜ ਨੇ ਇਹਨਾਂ ਪ੍ਰੇਮੀ ਦੇ ਨਿਆਣਿਆਂ ਨੂੰ ਵੀ ਫੂਕ ਦੇਣਾ ਸੀ। ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਤਾਂ ਸਿੱਖ ਹੋਣ ਕਾਰਨ ਉਹਦੀ ਕਾਰ ਵੱਟਿਆਂ ਨਾਲ ਭੰਨ ਕੇ ਦਾਖੂ ਦਾਣਾ ਵੀ ਦਿੱਤਾ ਗਿਆ ਸੀ, ਪਰ ਫਿਰ ਵੀ ਇਸ ਸਾਕੇ ਦਾ ਨਾਮ ਦਿੱਲੀ ਦੰਗੇ ਰੱਖਿਆ ਗਿਆ।
ਦੰਗਾ ਤਾਂ ਉਹ ਹੁੰਦਾ ਹੈ ਜਿੱਥੇ ਦੋ ਧਿਰਾਂ ਆਪਸ ਵਿੱਚ ਲੜਨ। ਕੋਈ ਦੱਸੇ ਕਿ ਉਹਨਾਂ ਦਿਨਾਂ ਵਿੱਚ ਕੋਈ ਹਿੰਦੂ ਵੀ ਕਿਸੇ ਸਿੱਖ ਤੋਂ ਮਾਰਿਆ ਗਿਆ ਸੀ। ਫਿਰ ਇਹ ਦਿੱਲੀ ਦੰਗੇ ਕਿਵੇਂ ਹੋਏ? ਇਸ ਦਾ ਨਾਮ ਤਾਂ ਸਿੱਖਾਂ ਦਾ ਕਤਲੇਆਮ ਰੱਖਿਆ ਜਾਣਾ ਚਾਹੀਦਾ ਸੀ। ਜੇ ਕਿਸੇ ਪੀੜਤ ਸਿੱਖ ਨੂੰ 4 ਛਿੱਲੜ ਮੁਆਵਜ਼ੇ ਵੀ ਦਿੱਤੇ ਗਏ ਤਾਂ ਨਾਮ ਰੱਖਿਆ ਦਿੱਲੀ ਦੰਗਾ ਪੀੜਤ। ਇਸ ਤਰ੍ਹਾਂ ਇਹ ਕਹਿ ਕੇ ਵਿਚਾਰੇ ਮਜ਼ਲੂਮਾਂ ਨੂੰ ਬਰਾਬਰ ਦੇ ਕਸੂਰਵਾਰ ਬਣਾ ਦਿੱਤਾ ਗਿਆ, ਜਿਹੜਾ ਕਿ ਅੱਗੋਂ ਲਿਖੇ ਜਾਣ ਵਾਲੇ ਇਤਿਹਾਸ ਵਿੱਚ ਵੀ ਇਸੇ ਤਰ੍ਹਾਂ ਹੀ ਲਿਖਿਆ ਤੇ ਪੜ੍ਹਿਆ ਜਾਵੇਗਾ। ਇਸੇ ਤਰ੍ਹਾਂ ਹੀ ਪੰਜਾਬ ਵਿੱਚ ਫੌਜ, BSF ਤੇ CRPF ਦੇ ਫੌਜੀਆਂ ਨੇ ਥਾਣਿਆਂ ਵਿੱਚ ਫੜ ਕੇ ਲਿਆਂਦੀਆਂ ਬੀਬੀਆਂ ਨਾਲ ਬਲਾਤਕਾਰ ਕੀਤੇ ਤੇ ਬੇਕਸੂਰ ਸਿੱਖਾਂ ਦੀਆਂ ਦਾੜੀਆਂ ਪੁੱਟ ਕੇ ਉਹਨਾਂ ਨੂੰ ਜਲੀਲ ਕੀਤਾ। ਨਾਲੇ ਸਿੱਖ ਨੌਜਵਾਨਾਂ ਦਾ ਲੱਭ ਕੇ ਸ਼ਿਕਾਰ ਕੀਤਾ। ਇਹ ਕੁਝ ਕਰਨ ਵਾਲਿਆਂ ਨੂੰ ਜਿਹੜੀਆਂ ਤਨਖਾਹਾਂ ਤੇ ਸਹੂਲਤਾਂ ਦਿੱਤੀਆਂ, ਉਹਦਾ ਬਿੱਲ ਵੀ ਪੰਜਾਬ ਨੂੰ ਹੀ ਭੇਜਿਆ ਗਿਆ। ਫਿਰ ਅਧੀਨਗੀ ਸਹਿਤ ਤਰਲੇ ਕੱਢਣ ਦੀ ਵਾਰੀ ਆ ਗਈ ਕਿ ਕਿਰਪਾ ਕਰਕੇ ਇਹ ਸਾਰਾ ਖਰਚਾ ਮਾਫ ਕਰ ਦਿੱਤਾ ਜਾਵੇ। ਪੰਜਾਬੀ ਪ੍ਰਧਾਨ ਮੰਤਰੀ IK ਗੁਜਰਾਲ ਨੇ ਇਹਨਾਂ ਝੁੱਡੂ ਅਕਾਲੀਆਂ ਨੂੰ ਬੇਵਕੂਫ ਬਣਾ ਕੇ ਆਪ ਦਾਤਾ ਬਣ ਕੇ 8700 ਕਰੋੜ ਰੁਪਏ ਦਾ ਇਹ ਖਰਚਾ ਟਟਕਾ ਕੇ ਮੁਆਫ ਕੀਤਾ। ਦੰਦੀਆਂ ਕੱਢ ਕੇ ਅਕਾਲੀਆਂ ਨੇ ਸਟੇਜਾਂ ਤੇ ਭਾਸ਼ਣ ਕੀਤੇ ਕਿ ਅਸੀਂ 8700 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਵਾ ਲਿਆ ਹੈ। ਏਡਾ ਖੁਸ਼ ਹੋਣ ਦੀ ਥਾਂ ਸਗੋਂ ਛਿੱਤਰ ਲਾ ਕੇ ਪੁੱਛੋ, ਕਾਹਦੇ ਪੈਸੇ? ਤੁਸਾਂ ਜਿਹੜਾ ਸਿੱਖਾਂ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ, ਪਹਿਲਾਂ ਉਹਦੀ ਭਰਪਾਈ ਕਰੋ। ਇਹਨਾਂ ਨੇ ਗੁਜਰਾਲ ਨੂੰ ਇਹ ਕਿਉਂ ਨਾ ਪੁੱਛਿਆ, ਭਈ ਅਸੀਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਟੁੱਟੇ ਥਾਣੇਦਾਰਾਂ ਨੂੰ, ਜਿਹੜੇ ਪਹਿਲਾਂ ਸਾਈਕਲਾਂ ਤੇ ਧੱਕੇ ਖਾਂਦੇ ਫਿਰਦੇ ਸਨ ਜਾਂ ਵੱਧ ਤੋਂ ਵੱਧ ਸਕੂਟਰ ਜਾਂ ਮੋਟਰਸਾਈਕਲ ਦੇ ਹੁੰਦੇ ਸਨ, ਉਹਨਾਂ ਨੂੰ ਚਮਚਮਾਉਂਦੀਆਂ ਰੰਗ ਬਰੰਗੀਆਂ ਜਿਪਸੀਆਂ ਦਿਓ ਤੇ ਫਿਰ ਉਹ ਲੱਕੜ ਕੱਟੇ ਉਹਨਾਂ ਜਿਪਸੀਆਂ ਤੇ ਚੜ੍ਹ ਕੇ ਸਿੱਖ ਬੱਚਿਆਂ ਦਾ ਸ਼ਿਕਾਰ ਖੇਡਣ। ਅਸਾਂ ਤੁਹਾਨੂੰ ਆਖਿਆ ਸੀ ਭਈ ਹੌਲਦਾਰ ਜੋ ASI ਬਣਨ ਦੇ ਕਾਬਲ ਵੀ ਨਹੀਂ, ਉਹਨਾਂ ਨੂੰ SSV ਬਣਾ ਦਿਓ ਤੇ ਪਹਿਲਾਂ ਨਾਲੋਂ 8 ਗੁਣਾ ਵੱਧ ਤਨਖਾਹ ਤੇ ਸਹੂਲਤਾਂ ਦਿਓ। ਜ਼ਿਲ੍ਹੇ ਦੇ ਹਰ SSP ਨੂੰ ਤੁਸਾਂ ਕਰੋੜਾਂ ਰੁਪਏ ਖਾੜਕੂਆਂ ਵਿੱਚੋਂ ਭੰਨ ਕੇ ਲਿਆਂਦੇ ਤੇ ਲਾਲਚ ਦੇ ਬਣਾਏ ਹੋਏ ਕੈਟਾਂ ਨੂੰ ਦੇਣ ਲਈ ਬਗੈਰ ਕਿਸੇ ਹਿਸਾਬ ਕਿਤਾਬ ਦੇ ਛੱਡੇ। ਇਹ ਪੈਸੇ ਹੁਣ ਅਸੀਂ ਕਿਉਂ ਦਈਏ? ਅਸਾਂ ਆਪਣੀ ਕੁੜੀ ਦੇ ਵਿਆਹ ਤੇ ਤੁਹਾਡੇ ਕੋਲੋਂ ਕਰਜ਼ਾ ਲਿਆ ਸੀ, ਜਿਹੜਾ ਵਿਆਜ ਸਮੇਤ ਵਾਪਸ ਕਰੀਏ। ਨਹੀਂ ਦੇਣੀ ਅਸਾਂ ਦੁਆਨੀ ਵੀ। ਪਰ ਇਹ ਗੋਲੇ ਕਬੂਤਰ ਸਗੋਂ ਖੁਸ਼ ਹੋ ਕੇ ਸਟੇਜਾਂ ਤੇ ਇਹ ਗੱਲ ਬੜੇ ਫਖਰ ਤੇ ਬਹਾਦਰੀ ਨਾਲ ਦੱਸਦੇ ਹਨ। ਅੱਗੋਂ ਜਿਹੜੀ ਭੇਡ ਰੂਪੀ ਸੰਗਤ ਹੁੰਦੀ ਹੈ, ਉਹ ਜੈਕਾਰੇ ਛੱਡਦੀ ਨਹੀਂ ਥੱਕਦੀ। ਲੱਖ ਲਾਂਤ ਹੈ ਇਹੋ ਜਿਹੇ ਜੈਕਾਰੇ ਛੱਡਣ ਵਾਲੇ ਬਾਂਦਰਾਂ ਦੇ। ਸਗੋਂ ਉਹਨਾਂ ਨੂੰ ਕੋਈ ਇਹ ਕਿਉਂ ਨਹੀਂ ਪੁੱਛਦਾ ਕਿ ਪੁਸ਼ਪਾ ਗੁਜਰਾਲ ਨੇ ਸਿੱਖਾਂ ਦਾ ਕਿਹੜਾ ਗੱਡਾ ਫਸਿਆ ਕੱਢਿਆ ਸੀ ਜਾਂ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਗ੍ਰਿਫਤਾਰੀ ਦਿੱਤੀ ਸੀ, ਜਿਹੜਾ ਉਹਦੇ ਨਾਂ ਤੇ ਜਲੰਧਰ ਕਪੂਰਥਲਾ ਰੋਡ ਤੇ ਬਣਨ ਵਾਲੇ ਸਾਇੰਸ ਸਿਟੀ ਦਾ ਨਾਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਰੱਖਿਆ ਗਿਆ ਹੈ। ਹੁਣ ਵੀ 1961 ਦੀ ਮਰਦਮਸ਼ੁਮਾਰੀ ਕਢਵਾ ਕੇ ਵੇਖ ਲਵੋ, ਗੁਜਰਾਲ ਤੇ ਉਹਦੇ ਪਰਿਵਾਰ ਨੇ ਮਾਤਰ ਭਾਸ਼ਾ ਹਿੰਦੀ ਲਿਖਵਾਈ ਹੋਵੇਗੀ। ਸਿੱਖਾਂ ਦੀ ਤਾਂ ਉਹ ਗੱਲ ਹੋਈ, ਨਾਲੇ 100 ਗੰਢੇ ਖਾਦੇ, 100 ਛਿੱਤਰ ਖਾਦੇ, ਨਾਲੇ 100 ਰੁਪਇਆ ਜੁਰਮਾਨਾ ਦਿੱਤਾ। ਇੰਨਾ ਕੁਝ ਹੋ ਜਾਣ ਤੇ ਵੀ ਅਜੇ ਵੀ ਬੇਅਣਖ ਸਿੱਖ ਤੇ ਇਹਨਾਂ ਦੇ ਰਾਗੀ ਢਾਡੀ ਤੇ ਕੀਰਤਨੀਏ ਬੀਤ ਚੁੱਕੇ ਦੀਆਂ ਗੱਲਾਂ ਕਰਦੇ ਹਨ। ਆਖੇ ਅਸੀਂ ਹਿੰਦੂਆਂ ਦੀਆਂ ਬੀਬੀਆਂ ਨੂੰ ਮੁਸਲਮਾਨਾਂ ਕੋਲੋਂ ਛੁਡਵਾ ਕੇ ਲਿਆਉਂਦੇ ਰਹੇ। ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੁਣ ਬਟੇਰੀ ਦੀ ਬੋਲੀ ਪਿੱਤਰਨ ਸੁਲਤਾਨ ਬੂ ਕਹਿਣ ਵਾਂਗ ਹੈ, ਜਿਸ ਦਾ ਅਰਥ ਬਣਦਾ ਹੈ ਆਖੇ ਸਾਡੇ ਵੱਡੇ ਵਡੇਰੇ ਰਾਜੇ ਮਹਾਰਾਜੇ ਹੁੰਦੇ ਸਨ। ਬੰਦਾ ਉਸ ਬਟੇਰੇ ਨੂੰ ਪੁੱਛੇ ਭਈ ਤੂੰ ਤਾਂ ਹੁਣ ਬਟੇਰਾ ਹੀ ਹੈ ਨਾ। ਅਸਲ ਵਿੱਚ ਸਿੱਖ ਨੂੰ ਆਜ਼ਾਦ ਹੋਏ ਹਿੰਦੂ ਦੀ ਮਾਨਸਿਕਤਾ ਵਿੱਚ ਏਡੀ ਵੱਡੀ ਤਬਦੀਲੀ ਆ ਜਾਣ ਦਾ ਚੇਤਾ ਵੀ ਨਹੀਂ ਸੀ। ਇਹ ਗੁਲਾਮ ਹਿੰਦੂ ਨੂੰ ਕਰਾੜਾਂ ਬ੍ਰਾਹਮਣਾਂ ਤੇ ਝਾਂਗੀ ਹਿੰਦੂਆਂ ਦੇ ਨਿਮਾਣੇ ਜੇ ਰੂਪ ਵਿੱਚ ਹੀ ਵੇਖਣ ਦਾ ਆਦੀ ਸੀ। ਪਰ ਹੁਣ ਸਥਿਤੀ ਬਦਲ ਚੁੱਕੀ ਹੈ। ਸਿੱਖਾਂ ਨਾਲ ਤਾਂ ਤੇਲੀ ਦੇ ਬੌਲਦ ਵਾਲੀ ਗੱਲ ਹੋਈ। ਇੱਕ ਵਾਰ ਇੱਕ ਜੱਟ ਦਾ ਬੌਲਦ ਤੇ ਤੇਲੀ ਦਾ ਬੌਲਦ ਭਿੜ ਪਏ। ਦੋਵੇਂ ਕਿੰਨਾ ਚਿਰ ਭਿੜਦੇ ਰਹੇ ਤੇ ਲਹੂ ਲੋਹਾਨ ਹੋ ਗਏ। ਤੇਲੀ ਦੇ ਬੌਲਦ ਦਾ ਸਿੰਘ ਜੱਟ ਦੇ ਬੌਲਦ ਦੇ ਕਿਤੇ ਥਾਂ ਕੁਥਾਂ ਵੱਜ ਗਿਆ ਤੇ ਜੱਟ ਦਾ ਬੌਲਦ ਮਰ ਗਿਆ। ਸਾਰਾ ਪਿੰਡ ਜੱਟਾਂ ਦਾ ਸੀ। ਤੇਲੀ ਵਿਚਾਰੇ ਦਾ ਇੱਕੋ ਘਰ ਸੀ ਤੇ ਜਿਵੇਂ ਕਹਾਵਤ ਮਸ਼ਹੂਰ ਹੈ, ਜੱਟ ਜੱਟਾਂ ਦੇ ਫੱਗੂ ਕਿਹਦਾ,
ਵਾਂਗ ਪੰਚਾਇਤ ਨੇ ਵੀ ਤਾਂ ਜੱਟ ਦੀ ਹੀ ਰਹੀ ਕਰਨੀ ਸੀ। ਜੱਟ ਨੇ ਪੰਚਾਇਤ ਇਕੱਠੀ ਕੀਤੀ ਤੇ ਪੰਚਾਇਤ ਅੱਗੇ ਕੇਸ ਪੇਸ਼ ਹੋਇਆ ਕਿ ਤੇਲੀ ਦੇ ਬੌਲਦ ਨੇ ਜੱਟ ਦਾ ਬੌਲਦ ਮਾਰ ਦਿੱਤਾ ਹੈ, ਨਿਆਂ ਕੀਤਾ ਜਾਵੇ। ਤੇਲੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹਜ਼ੂਰ, ਚੱਲਦਾ ਕੋਹਲੂ ਬੰਦ ਕਰਕੇ ਮੈਂ ਆਪਣਾ ਬੌਲਦ ਕੋਹਲੂ ਨਾਲ ਹੀ ਬੰਨ੍ਹ ਦਿੱਤਾ ਸੀ। ਮੇਰਾ ਬੌਲਦ ਤਾਂ ਸਵੇਰ ਦਾ ਕੋਹਲੂ ਖਿੱਚਦਾ ਥੱਕਿਆ ਹਾਰਿਆ ਪੈੜ ਵਿੱਚ ਹੀ ਬੈਠਾ ਸੀ ਕਿ ਸਰਦਾਰ ਹੋਰਾਂ ਦਾ ਬੌਲਦ ਪਤਾ ਨਹੀਂ ਕਿੱਥੋਂ ਆ ਗਿਆ ਤੇ ਮੇਰੇ ਬੈਠੇ ਬੌਲਦ ਨੂੰ ਢੁੱਡਾ ਮਾਰਨ ਲੱਗ ਪਿਆ। ਡੰਗਰ ਸੀ, ਮੇਰਾ ਬੌਲਦ ਵੀ ਉੱਠ ਕੇ ਭਿੜਨ ਲੱਗ ਪਿਆ ਤੇ ਭਿੜਦੇ ਦਾ ਰੱਸਾ ਟੁੱਟ ਗਿਆ। ਇਸ ਤਰ੍ਹਾਂ ਸਾਰੇ ਪਿੰਡ ਦੇ ਸਾਹਮਣੇ ਦੋਵੇਂ ਬੌਲਦ ਭਿੜਦੇ ਰਹੇ ਤੇ ਲੋਕ ਤਮਾਸ਼ਾ ਵੇਖਦੇ ਰਹੇ। ਮੈਂ ਤਾਂ ਸਗੋਂ ਆਪਣੇ ਬੌਲਦ ਨੂੰ ਮਾਰ ਕੇ ਛੱਪਰੀ ਨੂੰ ਠੁੰਮਾ ਦੇਣ ਵਾਲਾ ਬਾਂਸ ਵੀ ਤੋੜ ਲਿਆ ਹੈ। ਇਹਦੇ ਵਿੱਚ ਹਜ਼ੂਰ ਮੇਰਾ ਕੀ ਕਸੂਰ ਹੈ? ਪੰਚਾਇਤ ਨੂੰ ਲੱਗਾ ਕਿ ਤੇਲੀ ਸੱਚਾ ਹੈ। ਪੰਗਾ ਤਾਂ ਸਗੋਂ ਜੱਟ ਦੇ ਬੌਲਦ ਨੇ ਆ ਕੇ ਲਿਆ ਸੀ। ਇਹ ਤਾਂ ਇਸੇ ਤਰ੍ਹਾਂ ਦਾ ਹੀ ਕੇਸ ਹੈ ਜਿਵੇਂ ਕੋਈ ਕਿਸੇ ਨੂੰ ਕਤਲ ਕਰਨ ਦੇ ਇਰਾਦੇ ਨਾਲ ਕਿਸੇ ਦੇ ਘਰ ਜਾ ਵੜੇ ਤੇ ਆਪ ਮਾਰਿਆ ਜਾਵੇ। ਪਰ ਮਦਦ ਤਾਂ ਆਪਾਂ ਜੱਟ ਦੀ ਕਰਨੀ ਹੈ। ਹੁਣ ਕੀ ਕੀਤਾ ਜਾਵੇ? ਕਿਸੇ ਨੇ ਸਲਾਹ ਦਿੱਤੀ ਕਿ ਲਾਲ ਕਿਤਾਬ ਮੰਗਵਾ ਕੇ ਵੇਖੋ, ਉਹਦੇ ਵਿੱਚ ਪਹਿਲਾਂ ਦੇ ਹੋ ਚੁੱਕੇ ਇਹੋ ਜਿਹੇ ਕੇਸਾਂ ਦਾ ਵੇਰਵਾ ਦਰਜ ਹੈ। ਲਾਲ ਕਿਤਾਬ ਮੰਗਵਾ ਕੇ ਪੜ੍ਹੀ ਗਈ ਤੇ ਪੰਚਾਇਤ ਨੇ ਫੈਸਲਾ ਦੇ ਦਿੱਤਾ। ਅਖੇ ਲਾਲ ਕਿਤਾਬ ਬਖਾਨੀ ਇਉਂ, ਤੇਲੀ ਬਲਦ ਪੜਾਇਆ ਕਿਉਂ, ਖਾਲ ਖੁਆਏ ਕੀਆ ਮਸਟੰਡ, ਬੌਲਦ ਵੱਟੇ ਬੌਲਦ ਦੇਵੇ ਤੇਲੀ ਜੱਟ ਨੂੰ ਤੇ ਨਾਲ 100 ਰੁਪਈਆ ਦੰਡ। ਪਹਿਲੀ ਗੱਲ ਤਾਂ ਇਹ ਸੀ ਕਿ ਤੇਲੀ ਰੂਪੀ ਸਿੱਖ ਨੇ ਭਾਰਤ ਰੂਪੀ ਜੱਟ ਦੇ ਬੌਲਦ ਨਾਲ ਬੌਲਦ ਨਹੀਂ ਸੀ ਪੜਾਇਆ, ਸਗੋਂ ਭਾਰਤ ਰੂਪੀ ਜੱਟ ਦੇ ਬੌਲਦ ਨੇ ਸਿੱਖਾਂ ਦਾ ਅਕਾਲ ਤਖਤ ਢਾਇਆ। ਸਿੱਖ ਬੀਬੀਆਂ ਨਾਲ ਬਲਾਤਕਾਰ ਕੀਤੇ ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ। ਜਿਵੇਂ ਉਲਟਾ ਤੇਲੀ ਨੇ ਇਹ ਇਲਜ਼ਾਮ ਲਾ ਦਿੱਤਾ ਸੀ ਕਿ ਇਹਦਾ ਕਸੂਰ ਇਹ ਹੈ ਕਿ ਇਸ ਨੇ ਖਲ ਖਵਾ ਕੇ ਇਹਨੂੰ ਤਕੜਾ ਅਤੇ ਮੁਸ਼ਟੰਡਾ ਬਣਾ ਦਿੱਤਾ ਹੈ। ਇਸੇ ਤਰ੍ਹਾਂ ਹੀ ਖਾੜਕੂਆਂ ਨੂੰ ਰੋਟੀ ਖਵਾਉਣ ਵਾਲਿਆਂ ਨੂੰ ਫੜ ਲੈਂਦੇ ਸਨ ਕਿ ਉਹਨਾਂ ਨੂੰ ਰੋਟੀ ਪਾਣੀ ਦੀਆਂ ਸਹੂਲਤਾਂ ਦੇ ਕੇ ਭਾਰਤ ਸਰਕਾਰ ਵਿਰੁੱਧ ਲੜਨ ਲਈ ਮਦਦ ਕਰਦੇ ਹੋ। ਟਾਡਾ ਐਕਟ ਦੀ ਧਾਰਾ 3/4 ਇਹੋ ਹੀ ਸੀ ਜਿਹੜੀ ਵਿਚਾਰੇ ਸਿੱਖ ਰੂਪੀ ਤੇਲੀ ਤੇ ਲੱਗੀ ਤੇ ਇਹਦੇ ਵਿੱਚ ਉਹਨੂੰ ਦੂਰੀ ਸਜ਼ਾ ਵੀ ਕਰ ਦਿੱਤੀ ਗਈ ਕਿ ਨਾਲੇ ਤਾਂ ਜੱਟ ਨੂੰ ਬੌਲਦ ਵੱਟੇ ਬੌਲਦ ਦੇਵੇ, ਨਾਲੇ ਦੰਡ ਵੀ ਦੇਵੇ। ਇਹ ਉਹੋ ਹੀ ਦੰਡ ਦਾ 8700 ਕਰੋੜ ਰੁਪਇਆ ਸੀ ਜਿਸ ਨੂੰ ਮੁਆਫ ਕਰਵਾ ਕੇ ਅਕਾਲੀ ਕੱਛਾਂ ਵਜਾਉਂਦੇ ਫਿਰਦੇ ਹਨ। ਲੱਖ ਲਾਹਨਤ ਹੈ ਇਹੋ ਜਿਹੀ ਰਾਜਨੀਤਿਕ ਪਾਰਟੀ ਦੇ। ਭਾਰਤ ਦੀ ਨਿਆਂ ਪ੍ਰਣਾਲੀ ਵੀ ਉਸ ਪਿੰਡ ਦੀ ਪੰਚਾਇਤ ਵਰਗੀ ਹੈ ਜਿਹੜੀ ਆਪਣੇ ਪਿੰਡ ਦੇ ਜ਼ਿਮੀਂਦਾਰ ਨੂੰ ਖੁਸ਼ ਕਰਨ ਲਈ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਕਹਿੰਦੇ ਹਨ ਇੱਕ ਪਿੰਡ ਵਿੱਚ ਇੱਕ ਅਮੀਰ ਜ਼ਿਮੀਂਦਾਰ ਸੀ। ਪਿੰਡ ਦੀ ਪੰਚਾਇਤ ਉਹਦੀ ਮਰਜ਼ੀ ਦੀ ਬਣਦੀ ਤੇ ਉਹ ਪੰਚਾਇਤ ਹਰ ਗੱਲ ਦਾ ਫੈਸਲਾ ਉਸ ਜ਼ਿਮੀਂਦਾਰ ਦੇ ਹੱਕ ਵਿੱਚ ਹੀ ਕਰਦੀ। ਇੱਕ ਵਾਰ ਇੱਕ ਮੁਸਾਫਰ ਉਸ ਪਿੰਡ ਵਿੱਚ ਰਾਤ ਕੱਟਣੀ ਸੀ। ਉਹਦੀ ਘੋੜੀ ਸੌਣ ਵਾਲੀ ਸੀ ਜੋ ਰਾਤ ਨੂੰ ਹੀ ਸੂ ਪਈ। ਜਦੋਂ ਮੁਸਾਫਰ ਸਵੇਰੇ ਘੋੜੀ ਨਾਲ ਵਿਸ਼ੇਰੀ ਲੈ ਕੇ ਤੁਰਨ ਲੱਗਾ ਤਾਂ ਜ਼ਿਮੀਂਦਾਰ ਨੇ ਕਿਹਾ, ਇਹ ਵਿਸ਼ੇਰੀ ਕਿੱਧਰ ਲੈ ਤੁਰਿਆ? ਇਹ ਤਾਂ ਰਾਤੀ ਮੇਰੀ ਮੱਝ ਨੇ ਦਿੱਤੀ ਹੈ। ਮਾਮਲਾ ਪੰਚਾਇਤ ਵਿੱਚ ਗਿਆ। ਪੰਚਾਇਤ ਨੇ ਦੋਹਾਂ ਧਿਰਾਂ ਦੀ ਗੱਲ ਸੁਣ ਕੇ ਫੈਸਲਾ ਜ਼ਿਮੀਂਦਾਰ ਦੇ ਹੱਕ ਵਿੱਚ ਕਰ ਦਿੱਤਾ। ਮੁਸਾਫਰ ਨੇ ਬੜੀ ਅਧੀਨਗੀ ਨਾਲ ਪੁੱਛਿਆ ਕਿ ਹਜ਼ੂਰ, ਕਦੇ ਮੱਝਾਂ ਵੀ ਵਿਸ਼ੇਰੀਆਂ ਦਿੱਤੀਆਂ ਹਨ? ਤਾਂ ਪੰਚਾਇਤ ਵਾਲੇ ਕਹਿਣ ਲੱਗੇ, ਲੈ ਅਜੇ ਪਿਛਲੇ ਸਾਲ ਹੀ ਜ਼ਿਮੀਂਦਾਰ ਸਾਹਿਬ ਦੀ ਮੱਝ ਨੇ ਊਠ ਦੇ ਬੱਚੇ ਨੂੰ ਜਨਮ ਦਿੱਤਾ ਸੀ, ਇਸ ਲਈ ਵਿਸ਼ੇਰੀ ਦੇਣੀ ਉਹਦੇ ਲਈ ਕੀ ਔਖੀ ਸੀ। ਮੁਸਾਫਰ ਸਮਝ ਗਿਆ ਕਿ ਇੱਥੇ ਚੋਰ ਤੇ ਕੁੱਤੀ ਰਲੇ ਹੋਏ ਹਨ, ਕਿਤੇ ਘੋੜੀ ਵੀ ਨਾ ਜਾਂਦੀ ਲੱਗੇ। ਉਹ ਵਿਚਾਰਾ ਰੋਂਦਾ ਧੋਂਦਾ ਇਕੱਲੀ ਘੋੜੀ ਲੈ ਕੇ ਹੀ ਰਾਹ ਪੈ ਗਿਆ। ਮੁਸਾਫਰ ਦੇ ਜਾਣ ਤੋਂ ਬਾਅਦ ਜ਼ਿਮੀਂਦਾਰ ਧਾਹਾਂ ਮਾਰ ਕੇ ਰੋਣ ਲੱਗ ਪਿਆ। ਪੰਚਾਇਤ ਮੈਂਬਰਾਂ ਤੇ ਸਰਪੰਚ ਨੇ ਹੈਰਾਨ ਹੋ ਕੇ ਪੁੱਛਿਆ ਕਿ ਜਨਾਬ, ਸਾਡੇ ਕੋਲੋਂ ਫੈਸਲਾ ਕਰਦੇ ਵਕਤ ਕੋਈ ਗਲਤੀ ਹੋ ਗਈ ਹੈ ਜਾਂ ਫੈਸਲਾ ਤੁਹਾਡੇ ਹੱਕ ਵਿੱਚ ਨਹੀਂ ਹੋਇਆ ਜਾਂ ਕੋਈ ਹੋਰ ਗੁਸਤਾਖੀ ਹੋ ਗਈ ਹੈ? ਆਪ ਜੀ ਦੇ ਰੋਣ ਦਾ ਕੀ ਸਬਬ ਹੈ, ਸਾਨੂੰ ਵੀ ਪਤਾ ਲੱਗੇ। ਉਸ ਜ਼ਿਮੀਂਦਾਰ ਨੇ ਕਿਹਾ, ਸਭ ਕੁਝ ਠੀਕ ਠਾਕ ਹੋਇਆ। ਮੈਂ ਤਾਂ ਇਸ ਕਰਕੇ ਰੋਇਆ ਹਾਂ ਕਿ ਤੁਸੀਂ ਸਾਰੇ ਮੇਰਾ ਹਰ ਹਬੀ ਨਬੀ ਵਿੱਚ ਹੁਣ ਤੱਕ ਸਾਥ ਦਿੰਦੇ ਆਏ ਹੋ ਤੇ ਬਿਰਧ ਵੀ ਹੋ ਗਏ ਹੋ। ਜਦੋਂ ਤੁਸੀਂ ਨਾ ਰਹੇ ਫਿਰ ਮੇਰਾ ਨਿਆਂ ਕੌਣ ਕਰਿਆ ਕਰੂ? ਅੱਜ ਇਹ ਰੋਣਾ ਹੀ ਭਾਰਤ ਸਰਕਾਰ ਦਾ ਆਪਣੀਆਂ ਅਦਾਲਤਾਂ ਨੂੰ ਲੈ ਕੇ। ਨਿਰੰਕਾਰੀਆਂ ਨੇ ਅੰਮ੍ਰਿਤਸਰ ਵਿਸਾਖੀ ਵਾਲੇ ਦਿਨ 13 ਨਿਹੱਥੇ ਸਿੰਘ ਗੋਲੀਆਂ ਨਾਲ ਭੁੰਨ ਦਿੱਤੇ,
ਪਰ ਕਿਸੇ ਇੱਕ ਨਿਰੰਕਾਰੀ ਨੂੰ ਵੀ ਇੱਕ ਦਿਨ ਦੀ ਸਜ਼ਾ ਨਹੀਂ ਹੋਈ। ਤੇ ਉਧਰ ਬਾਬੇ ਗੁਰਬਚਨ ਸਿੰਘ ਨਿਰੰਕਾਰੀ ਨੂੰ ਮਾਰਨ ਵਾਲੇ ਭਾਈ ਰਣਜੀਤ ਸਿੰਘ ਨੂੰ ਉਮਰ ਕੈਦ ਦਿੱਤੀ ਤੇ ਪੂਰੇ 14 ਸਾਲ ਜੇਲ੍ਹ ਕਟਵਾਈ। 1984 ਵਿੱਚ ਦਿੱਲੀ, ਬੋਕਾਰੋ, ਕਾਨਪੁਰ ਤੇ ਹੋਰ ਥਾਵਾਂ ਤੇ ਦਿਨ ਦਿਹਾੜੇ ਸਿੱਖ ਕਤਲ ਕੀਤੇ ਗਏ ਤੇ ਪੈਟਰੋਲ ਪਾ ਕੇ ਬੜੀ ਬੇਰਹਿਮੀ ਨਾਲ ਸਾੜੇ ਗਏ ਤੇ ਅੱਜ 18 ਸਾਲ ਹੋ ਗਏ ਹਨ, ਕਿਸੇ ਇੱਕ ਵੀ ਬੰਦੇ ਨੂੰ ਸਜ਼ਾ ਨਹੀਂ ਹੋਈ। ਗਵਾਈਆਂ ਦੀ ਗੱਲ ਤਾਂ ਦੂਰ ਰਹੀ, ਲੋਕਾਂ ਨੇ ਕਈ ਬਿਆਨ ਹਲਫੀਆ ਦਾਇਰ ਕੀਤੇ ਹਨ ਕਿ ਫਲਾਣੇ ਬੰਦੇ ਨੇ ਸਾਡੀਆਂ ਅੱਖਾਂ ਸਾਹਮਣੇ ਸਾਡੇ ਪਰਿਵਾਰ ਦੇ ਜੀਆਂ ਦੇ ਕਤਲ ਕੀਤੇ ਹਨ। ਦੂਜੇ ਪਾਸੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਤਾਂ ਭਾਰਤ ਦੀ ਸੁਪਰੀਮ ਕੋਰਟ ਨੂੰ 31 ਅਕਤੂਬਰ 1984 ਤੋਂ ਲੈ ਕੇ 4 ਨਵੰਬਰ 1984 ਤੱਕ ਤਾਲਾ ਲੱਗਾ ਰਿਹਾ ਤਾਂ ਕਿ ਜੇ ਕਿਸੇ ਨੇ ਇਹ ਕਤਲੇਆਮ ਰੁਕਵਾਉਣ ਲਈ ਜਨਹਿਤ ਪਟੀਸ਼ਨ ਦਾਇਰ ਕਰ ਦਿੱਤੀ ਕਿ ਸਰਕਾਰ ਨੂੰ ਫੌਰਨ ਕਤਲੇਆਮ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਸੁਪਰੀਮ ਕੋਰਟ ਨੂੰ ਅਜਿਹਾ ਕਰਨਾ ਪਵੇਗਾ। ਇਸ ਲਈ 4 ਦਿਨ ਛੁੱਟੀ ਕਰਨੀ ਹੀ ਠੀਕ ਹੈ। ਵੇਖੋ ਕਿਤਾਬ ਸਰਕਾਰੀ ਕਤਲੇਆਮ ਪੰਨਾ 5। ਇੰਦਰਾ ਗਾਂਧੀ ਲਈ ਜਹਾਜ਼ ਅਗਵਾ ਕਰਨ ਵਾਲੇ 2 ਪਾਂਡੇ ਭਰਾਵਾਂ ਨੂੰ ਵੀ ਅਦਾਲਤ ਵੱਲੋਂ ਸਾਫ਼ ਬਰੀ ਕਰ ਦਿੱਤਾ ਗਿਆ ਸੀ, ਪਰ ਦੂਜੇ ਪਾਸੇ ਇੰਦਰਾ ਗਾਂਧੀ ਨੂੰ ਮਾਰਨ ਲਈ ਕਸੂਰਵਾਰ ਮੰਨੇ ਗਏ ਜਿਨ੍ਹਾਂ 2 ਬੰਦਿਆਂ ਤੇ ਮੁਕੱਦਮਾ ਚੱਲਿਆ ਉਹਨਾਂ ਨੂੰ ਝੱਟ ਫਾਂਸੀ ਦੇ ਦਿੱਤੀ ਗਈ। ਕਾਨੂੰਨ ਜਗਤ ਦੇ ਸਾਰੇ ਵਕੀਲ ਮੰਨਦੇ ਹਨ ਕਿ ਜਿਸ ਹਾਲਤ ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ ਇਹਨਾਂ ਦੋਹਾਂ ਨੂੰ ਹੀ ਫਾਂਸੀ ਦੀ ਸਜ਼ਾ ਨਹੀਂ ਸੀ ਹੋ ਸਕਦੀ, ਵੱਧ ਤੋਂ ਵੱਧ ਉਮਰ ਕੈਦ ਹੋ ਸਕਦੀ ਸੀ। ਫਿਰ ਇਹਨਾਂ ਦੋਹਾਂ ਸਿੰਘਾਂ ਭਾਈ ਕੇਰ ਸਿੰਘ ਤੇ ਭਾਈ ਸਤਵੰਤ ਸਿੰਘ ਨੂੰ ਛੇਤੀ ਫਾਂਸੀ ਦੇਣ ਲਈ ਤਿਹਾੜ ਜੇਲ੍ਹ ਵਿੱਚ ਕਈ ਕਤਲਾਂ ਦੇ ਦੋਸ਼ੀ ਲਾਲਾ ਖੇਮਚੰਦ ਅਤੇ ਡਾਕੂ ਤੇ ਕਾਤਲ ਕੰਚਨ, ਜਿਨ੍ਹਾਂ ਦੀ ਫਾਂਸੀ ਦੀ ਅਪੀਲ ਸੁਪਰੀਮ ਕੋਰਟ ਵਿੱਚ ਪਈ ਸੀ, ਨੂੰ ਜਲਦੀ ਸੁਣਵਾਈ ਕਰਕੇ ਬਰੀ ਕਰ ਦਿੱਤਾ ਗਿਆ ਤਾਂ ਕਿ ਇੰਦਰਾ ਗਾਂਧੀ ਕਤਲ ਕੇਸ ਵਾਲੇ ਦੋਹਾਂ ਸਿੱਖ ਮੁਲਜ਼ਮਾਂ ਨੂੰ ਛੇਤੀ ਫਾਂਸੀ ਤੇ ਲਟਕਾਇਆ ਜਾ ਸਕੇ। ਦਰਬਾਰ ਸਾਹਿਬ ਤੇ ਹਮਲੇ ਲਈ ਜ਼ਿੰਮੇਵਾਰ ਜਨਰਲ ਵੈਦਿਆ ਨੂੰ ਮਾਰਨ ਵਾਲੇ 2 ਸਿੱਖਾਂ ਭਾਈ ਸੁਖਦੇਵ ਸਿੰਘ ਸੁਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਫਾਂਸੀ ਦੇ ਦਿੱਤੀ ਗਈ। ਹੁਣ ਕੁਝ ਹੋਰ ਸਿੱਖਾਂ ਤੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੇ ਦੋਸ਼ ਹੇਠ ਮੁਕੱਦਮਾ ਚੱਲ ਰਿਹਾ ਹੈ। ਦਿੱਲੀ ਵਿੱਚ ਇੱਕ ਸਿੱਖ ਪ੍ਰੋਫੈਸਰ ਦਵਿੰਦਰਪਾਲ ਸਿੰਘ ਨੂੰ ਹੁਣੇ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਕਿ ਦਿੱਲੀ ਵਿੱਚ ਹਜ਼ਾਰਾਂ ਹੀ ਬੇਦੋਸ਼ੇ ਸਿੱਖਾਂ ਨੂੰ ਕਤਲ ਕਰਨ ਵਾਲਿਆਂ ਵਿੱਚੋਂ ਕਿਸੇ ਤੇ ਵੀ ਕਤਲ ਦਾ ਦੋਸ਼ ਸਿੱਧ ਨਹੀਂ ਸੀ ਹੁੰਦਾ। ਕਿਸੇ ਵੀ ਅੰਮ੍ਰਿਤਧਾਰੀ ਸਿੱਖ ਜਿਹੜੇ ਖਤਰਨਾਕ ਲੋਕ ਹਨ, ਕਤਲ ਕਰਦੇ ਹਨ ਤੇ ਦਹਿਸ਼ਤਗਰਦੀ ਫੈਲਾਉਂਦੇ ਹਨ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਜਾਵੇ। ਇਹ ਲੋਕ ਦੇਖਣ ਨੂੰ ਭਾਵੇਂ ਬਾਹਰੋਂ ਬੜੇ ਭਲੇ ਲੱਗਦੇ ਹਨ ਪਰ ਬੁਨਿਆਦੀ ਤੌਰ ਤੇ ਦਹਿਸ਼ਤਗਰਦ ਹਨ। ਸਾਡੇ ਸਾਰਿਆਂ ਦੇ ਭਲੇ ਦੀ ਗੱਲ ਇਹ ਹੈ ਕਿ ਇਹਨਾਂ ਦੀ ਪਛਾਣ ਕੀਤੀ ਜਾਵੇ ਅਤੇ ਇਹਨਾਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ। ਹਵਾਲਾ ਫੌਜੀ ਸਰਕੂਲਰ ਨੰਬਰ 153 ਜੁਲਾਈ 1984। ਕਿਤਾਬ ਤੇ ਸਿੱਖ ਵੀ ਨਿਗਲਿਆ ਗਿਆ। ਲੇਖਕ ਕੁਲਬੀਰ ਸਿੰਘ ਕੌੜਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਭਾਗ 22ਵਾਂ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।